दोस्तों हाजिर है एक होर वीडियो रिपोर्ट लैके चैनल रितेश लखिया अनप्लग्ड उत्ते बीते कई दिनों तो रिपोर्ट नहीं बनी इनफैक्ट 5 दिनों तो मुलाकात नहीं हो पाई लेकिन ये सारी कमी पेशी ਨੂੰ ਆਪਾਂ दूर करांगे अगले 4-5 दिन बैक टू बैक सीरीज़ ऑफ रिपोर्ट मैं थोड़े सामने लैके पेश करांगा ते इसे लड़ी दे विच अज आपां गल करांगे दरमनजीत सिंह कालों दी। ਤੁਹਾਨੂੰ याद होएगा बीती रिपोर्ट जी मेरी आखिरी रिपोर्ट बनी सी जिस विच आपां विक्रमजीत सिंह बराड़ ਅਤੇ सचिन बिश्नोई लॉरेंस बिश्नोई गैंग ਦੇ ਗੈਂਗਸਟਰਾਂ ਨੂੰ ਭਾਰਤ ਡਿਪੋਰਟ ਅਤੇ ਐਕਸਟ੍ਰਾਡਾਈਟ ਕਰਾਉਣ ਦੇ ਵਿੱਚ ਭਾਰਤੀ ਜਾਂਚ ਏਜੰਸੀਆਂ ਨੂੰ दिल्ली पुलिस के स्पैशल सैल ते NIA की कामयाबी बारे जिक्र किया इसे सीरीज़ में इसे लड़ी में इनफैक्ट सीरीज़ सिर्फ साढ़े वीडियो की सीरीज़ नहीं बल्कि ये वो सिलसिला है जो कि भारतीय जांच एजेंसियां की कामयाबी की शक्ल के बैक टू बैक सामने आ रहा है। इनफैक्ट मनप्रीत पीते उत्ते मेरी रिपोर्ट कल बनेगी जिस विच कि आपां मनप्रीत पीते नूं डिपोर्ट करके NIA भारत लियाण विच कामयाब हुई है। सब तो पहला उसका जिक्र किया लेकिन अज की इस रिपोर्ट में मैं जिक्र करना है दरमनजीत सिंह कालों का। दरमन कालों एक अजिहा गैंगस्टर है जो कि जग्गू भगवानपुरिया ਦੇ ਨਾਲ ਲਿੰਕ ਗੈਂਗਸਟਰ ਹੈ। ਹਾਲਾਂਕਿ ਇਸ ਨੂੰ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਦੇ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ ਲੇਕਿਨ ਜਦ ਤੋਂ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਦੇ ਵਿੱਚ ਆਪਸੀ ਦਰਾਰ ਤੇ ਆਪਸੀ ਪਾੜ ਪਈ ਹੈ ਉਸ ਵਕਤ ਤੋਂ ਦਰਮਨ ਕਾਲੋਂ ਦੀ ਜਿਹੜੀ ਭੂਮਿਕਾ ਜਾਂ ਉਸ ਦੀ ਜਿਹੜੀ ਅਲਾਈਨਮੈਂਟ ਹੈ ਉਹ ਜੱਗੂ ਭਗਵਾਨਪੁਰੀਆ ਦੇ ਨਾਲ ਰਹੀ ਹੈ। ਤੇ ਅੱਜ ਮੈਂ ਦਰਮਨ ਕਾਲੋਂ ਦਾ ਜ਼ਿਕਰ ਇਸ ਵਾਸਤੇ ਵੀ ਕਰ ਰਿਹਾ ਕਿਉਂਕਿ ਭਾਰਤੀ ਜਾਂਚ ਏਜੰਸੀਆਂ ਦੀ ਇਨਪੁਟਸ ਦੇ ਆਧਾਰ ਉੱਤੇ कैलीफोर्निया ਦੇ ਵਿੱਚ ਅਮਰੀਕਨ ਸਟੇਟ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਡਿਟੇਨ ਕਰਨ ਦੀ ਖਬਰ ਕੁਝ ਦਿਨ ਪਹਿਲਾਂ ਨਸ਼ਰ ਹੋਈ। ਇਨਫੈਕਟ ਆਪਾਂ ਪਿਛਲੀ ਰਿਪੋਰਟ ਦੇ ਵਿੱਚ ਵਿਕਰਮ ਬਰਾੜ ਅਤੇ ਸਚਿਨ ਬਿਸ਼ਨੋਈ ਦੀ ਰਿਪੋਰਟ ਦੇ ਵਿੱਚ ਵੀ ਦਰਮਨ ਕਾਲੋਂ ਦਾ ਸਪੈਸੀਫਿਕਲੀ ਜ਼ਿਕਰ ਕੀਤਾ ਸੀ ਤੇ ਅਗਲੇ ਹੀ ਦਿਨੇ ਖਬਰ ਆ ਗਈ ਸੀ ਕਿ ਉਸ ਦੀ ਡਿਟੈਂਸ਼ਨ ਅਮਰੀਕਾ ਦੇ ਵਿੱਚ ਹੋ ਗਈ ਹੈ। ਸੋ ਅਮਰੀਕਾ ਦੇ ਵਿੱਚ ਉਸ ਨੂੰ ਇਹ ਸਮਝਿਆ ਜਾਂਦਾ ਹੈ ਕਿ ਆਪਰੇਸ਼ਨ ਬ੍ਰੋਕਨ ਸੋਰਡ ਜਿਸ ਦਾ ਜ਼ਿਕਰ ਮੈਂ ਕੁਝ ਮਹੀਨੇ ਪਹਿਲਾਂ ਬਣਾਈ ਆਪਣੀ ਉਸ ਰਿਪੋਰਟ ਦੇ ਵਿੱਚ ਕੀਤਾ ਸੀ ਸੈਕਰਾਮੈਂਟੋ ਸਟਰ ਕਾਉਂਟੀ तमाम ਇਲਾਕਿਆਂ ਦੇ ਵਿੱਚ ਸਟਾਕਟਨ ਇਲਾਕਿਆਂ ਦੇ ਵਿੱਚ सीरीज़ ऑफ जी वायलेंट घटनावां आपस के मिनटा ते AK-47 गैंग दे विच एक चलती हुई गैंग वॉर जिसका कोई ज़्यादा मूँह सिर पैर नहीं सी एक दूसरे नूं हैंकड़बाजी के चक्कर दे विच ही निशाना बनाया जा रहा सी। उस लड़ी दे विच दरमन कालों की भी इस डिटेंशन नूं देखा जा रहा है। भारतीय ਅਤੇ ਅਮਰੀਕਨ ਜਾਂਚ ਏਜੰਸੀਆਂ ਨੇ ਆਪਸ ਦੇ ਵਿੱਚ ਕੋਲੈਬੋਰੇਟ ਕੀਤਾ ਹੈ। ਸੂਚਨਾ ਦਾ ਆਦਾਨ ਪ੍ਰਦਾਨ ਇਸ ਪੱਧਰ ਉੱਤੇ ਹੋਇਆ ਹੈ ਜਿਸ ਤੋਂ ਬਾਅਦ ਹੀ ਦਰਮਨ ਕਾਲੋਂ ਦੀ ਗ੍ਰਿਫਤਾਰੀ ਸੰਭਵ ਹੋ ਪਾਈ ਹੈ। मीडिया ਦੇ ਵਿੱਚ ਦਰਮਨ ਕਾਲੋਂ ਦੀ ਅਲਾਈਨਮੈਂਟ ਬਾਰੇ ਜ਼ਿਆਦਾ ਜ਼ਿਕਰ ਨਹੀਂ ਹੈ। ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀ ਦੇ ਨਾਲ ਉਸ ਨੂੰ ਜੋੜ ਕੇ ਜ਼ਿਆਦਾ ਵੇਖਿਆ ਜਾਂਦਾ ਰਿਹਾ ਹੈ ਲੇਕਿਨ ਅਸਲ ਦੇ ਵਿੱਚ ਦਰਮਨ ਕਾਲੋਂ ਦੀ ਜਿਹੜੀ ਹਿਸਟਰੀ ਸ਼ੀਟ ਤੇ ਕ੍ਰਾਈਮ ਸ਼ੀਟ ਹੈ ਅੱਜ ਆਪਾਂ ਉਸ ਨੂੰ ਟਟੋਲਣ ਦੀ ਕੋਸ਼ਿਸ਼ ਕਰਾਂਗੇ ਜੋ ਕਿ ਐਸੈਂਸ਼ੀਅਲੀ ਇੱਕ ਵੈਪਨਸ ਤੇ ਆਰਮਸ ਦਾ ਸਮਗਲਰ ਹੈ। ਇੱਕ ਅਜਿਹਾ ਤਸਕਰ ਜੋ ਕਿ ਸੋਫਿਸਟੀਕੇਟਡ ਵੈਪਨ ਆਟੋਮੈਟਿਕ ਪਿਸਟਲਸ ਦੀ ਤਸਕਰੀ ਦੇ ਵਿੱਚ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਨਾਮਜ਼ਦ ਹੋ ਚੁੱਕਾ ਹੈ। ਭਾਰਤੀ ਜਾਂਚ ਏਜੰਸੀਆਂ ਜਿਸ ਵਿੱਚ ਪੰਜਾਬ ਪੁਲਿਸ ਤੋਂ ਲੈ ਕੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਅਤੇ NIA ਸ਼ਾਮਲ ਹੈਗੇ ਨੇ ਉਹਨਾਂ ਨੂੰ ਦਰਮਨ ਕਾਲੋਂ ਦੀ ਭਾਲ ਪਿਛਲੇ ਕਈ ਸਾਲਾਂ ਤੋਂ ਹੈ। ਦਰਮਨ ਕਾਲੋਂ ਦੀ ਅਸਲ ਅਲਾਈਨਮੈਂਟ ਜੱਗੂ ਭਗਵਾਨਪੁਰੀਆ ਦੇ ਨਾਲ ਰਹੀ ਹੈ। ਹਰਵਿੰਦਰ ਰਿੰਦੇ ਤੇ ਜੱਗੂ ਭਗਵਾਨਪੁਰੀ ਦੇ ਨਾਲ ਰਲ ਕੇ ਸਰਹੱਦੋਂ ਪਾਰ ਯਾਨੀ ਕਿ ਪਾਕਿਸਤਾਨ ਤੋਂ ਵੈਪਨਸ ਦੀ ਸਮਗਲਿੰਗ ਦਾ ਕਾਰੋਬਾਰ ਪਿਛਲੇ ਕਈ ਸਾਲਾਂ ਤੋਂ ਦਰਮਨ ਕਾਲੋਂ ਅਮਰੀਕਾ ਤੋਂ ਬੈਠ ਕੇ ਸੰਚਾਲਿਤ ਕਰਦਾ ਆ ਰਿਹਾ ਹੈ। ਬਹੁਤ ਸੇ ਅਜਿਹੇ ਕੇਸਿਸ ਦੇ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਅੱਜ ਦੀ ਮੈਂ ਇਸ ਰਿਪੋਰਟ ਵਿੱਚ ਕਰਾਂਗਾ। ਦਰਮਨ ਕਾਲੋਂ ਇੰਟਰਨੈਸ਼ਨਲ ਜਿਹੜੇ ਵੈਪਨਸ ਨੇ ਸੋਫਿਸਟੀਕੇਟਡ ਬਾਹਰਲੇ ਵੈਪਨ ਟਰਕੀ ਮੇਡ ਇਟਲੀ ਮੇਡ ਵੈਪਨ ਜਿਸ ਵਿੱਚ ਜਿਗਾਨਾ ਤੇ ਬਰੇਟਾ ਵਰਗੇ ਪਿਸਟਲ ਸ਼ਾਮਲ ਹੈਗੇ ਨੇ ਉਹਨਾਂ ਦੀ ਸਪਲਾਈ ਦਾ ਵੀ ਇੱਕ ਚੰਗਾ ਖਾਸਾ ਬਿਜ਼ਨਸ ਕਰਦਾ ਹੈ ਜਿਸ ਵਿੱਚ ਕੀ ਕਾਫੀ ਮੁਨਾਫਾ ਹੈ। ऑफ लेट इसने मध्य प्रदेश तो यानी कि भारत के मध्य प्रदेश तो ਜਿਹੜੇ ਉੱਥੋਂ ਲੋਕਲ ਮੇਡ ਵੈਪਨਸ ਹੁੰਦੇ ਨੇ ਜਿਸ ਵਿੱਚ ਕਿ ਸਟਾਰ ਮਾਰਕਾ ਪਿਸਟਲ ਜੋ ਕਿ ਮੱਧ ਪ੍ਰਦੇਸ਼ ਦੇ ਸਿਕਲੀਗਰ ਜਾਂ ਹੋਰ ਬਹੁਤ ਸੇ ਅਜਿਹੇ ਟ੍ਰਾਈਬਲ ਕਮਿਊਨਿਟੀਜ਼ ਹੈਗੇ ਨੇ ਬਹੁਤ ਬਿਹਤਰ ਤਰੀਕੇ ਦੇ ਨਾਲ ਤਿਆਰ ਕਰ ਦਿੰਦੇ ਹੈਗੇ ਨੇ ਉੱਥੋਂ ਵੀ ਇਸਨੇ ਵੈਪਨਸ ਨੂੰ ਮੰਗਵਾ ਕੇ ਉਹਨਾਂ ਦੀ ਸਮਗਲਿੰਗ ਪੰਜਾਬ ਤੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਕ੍ਰਿਮੀਨਲ ਗੈਂਗਸ ਨੂੰ ਸ਼ੁਰੂ ਕਰ ਰੱਖੀ ਹੈ। ਸੋ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਦਰਮਨ ਕਾਲੋਂ ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਪਿਛਲੇ ਸਾਲ 2022 ਦੇ ਵਿੱਚ ਆਉਂਦਾ ਹੈ ਜਦੋਂ ਕਿ ਲੁਧਿਆਣਾ ਪੁਲਿਸ ਨੇ ਸਲੇਮ ਤਾਬੜੀ ਥਾਣੇ ਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀਆਂ ਜਾਂਚ ਏਜੰਸੀਆਂ ਜੱਗੂ ਭਗਵਾਨਪੁਰੀਆ ਦੀ ਇਨਵੋਲਵਮੈਂਟ ਦਾ ਤਾਂ ਜ਼ਿਕਰ ਕਰ ਹੀ ਰਹੀਆਂ ਸਨ। ਇਹ ਖਦਸ਼ਾ ਉਸ ਵਕਤ ਕੁਝ ਮਹੀਨੇ ਬਾਅਦ ਸੀ ਕਿ ਜੱਗੂ ਭਗਵਾਨਪੁਰੀਆ ਨੇ ਕਾਫੀ ਲੌਜਿਸਟਿਕਲ ਸਪੋਰਟ ਈਵਨ ਹਥਿਆਰ ਮੁਹੱਈਆ ਕਰਾਉਣ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂ ਗੋਲਡੀ ਬਰਾੜ ਦੀ ਮਦਦ ਕੀਤੀ ਹੋ ਸਕਦੀ ਹੈ ਲੇਕਿਨ ਉਹ ਜਿਹੜਾ ਪੂਰਾ ਦਾ ਪੂਰਾ ਇੱਕ ਸਰਕਟ ਸੀ ਉਸ ਨੂੰ ਲੁਧਿਆਣਾ ਪੁਲਿਸ ਨੇ ਇਸ ਸਲੇਮ ਤਾਬੜੀ ਦੇ ਥਾਣੇ ਦੇ ਵਿੱਚ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਅਨਰਥ ਕੀਤਾ ਗਿਆ।
ਉਸ ਵਿੱਚ ਸਾਹਮਣੇ ਆਇਆ ਕਿ ਜੱਗੂ ਭਗਵਾਨਪੁਰੀਏ ਵੱਲੋਂ ਜਿਹੜੇ ਵੈਪਨ ਪਾਕਿਸਤਾਨ ਤੋਂ ਰਿੰਦੇ ਦੀ ਮਦਦ ਦੇ ਨਾਲ ਮੰਗਾਏ ਗਏ ਸਨ ਉਹਨਾਂ ਨੂੰ ਸਪਲਾਈ ਕਰਨ ਦਾ ਇੱਕ ਮੇਨ ਮੋਲ ਸੀ ਦਰਮਨ ਕਾਲੋਂ। ਸੋ ਦਰਮਨ ਕਾਲੋਂ ਨੂੰ ਵੀ ਉਸ ਕੇਸ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ, ਜਿਸ ਵਿੱਚ ਕਿ ਹਥਿਆਰਾਂ ਦਾ ਇੱਕ ਬੈਗ ਸੀ ਜਿਸ ਵਿੱਚ ਸੋਫਿਸਟੀਕੇਟਡ ਵੈਪਨ ਸਨ ਜਿਹੜੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਫਾਈਨਲੀ ਵਰਤੇ ਗਏ। ਬੋਲੈਰੋ ਮੋਡਿਊਲ ਦੇ ਜਿਹੜੇ ਸ਼ੂਟਰ ਸੀ ਜੋ ਕਿ ਬਾਅਦ ਦੇ ਵਿੱਚ ਇੱਕ ਕਾਰ ਦੇ ਵਿੱਚ ਕੁਝ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਜਾ ਰਹੇ ਹੈਗੇ ਨੇ, ਗਾਣੇ ਗੱਡੀ ਦੇ ਵਿੱਚ ਵੱਜਦੇ ਪਏ ਸੀ, ਉਹ ਜਿਹੜੇ ਵੈਪਨ ਸੀ ਉਹ ਬਟਾਲਾ ਦੇ ਜਾਂ ਗੁਰਦਾਸਪੁਰ ਦੇ ਇਸੇ ਸਰਕਟ ਤੋਂ ਆਏ ਸੀ ਤੇ ਇਸੇ ਕੇਸ ਦੇ ਵਿੱਚ ਦਰਮਨ ਕਾਲੋਂ ਵੱਲੋਂ ਹੀ ਉਹ ਹਥਿਆਰ ਮੁਹੱਈਆ ਕਰਾਏ ਗਏ ਸੀ ਜੱਗੂ ਭਗਵਾਨਪੁਰੀਏ ਦੇ ਇਸ਼ਾਰੇ ਉੱਤੇ। ਸੋ ਮਨਦੀਪ ਤੂਫਾਨ ਮਣੀ ਰਈਆ ਜਿਹੜੇ ਹਥਿਆਰ ਲੈ ਕੇ ਇੱਕ ਫੋਰਚੂਨਰ ਗੱਡੀ ਜਿਸ ਨੂੰ ਕਿ ਸੰਦੀਪ ਸਿੰਘ ਕਾਲੋ ਨਾਂ ਦੇ ਇੱਕ ਅਕਾਲੀ ਲੀਡਰ ਵੱਲੋਂ ਭੇਜਿਆ ਗਿਆ ਸੀ, ਉਸ ਦਾ ਡਰਾਈਵਰ ਸਤਬੀਰ ਸਿੰਘ ਸੀ, ਇੱਕ ਸਾਬਕਾ ਇੰਸਪੈਕਟਰ ਗੁਰਮੀਤ ਸਿੰਘ ਇਹਨਾਂ ਦੇ ਨਾਲ ਸ਼ਾਮਿਲ ਸੀ। ਇਹ ਤਿੰਨੋਂ ਹਥਿਆਰ ਲੈ ਕੇ ਜਾਂਦੇ ਨੇ ਤੇ ਬਠਿੰਡੇ ਦੇ ਵਿੱਚ ਉਹਨਾਂ ਹਥਿਆਰਾਂ ਦੀ ਡਿਲੀਵਰੀ ਕਰਦੇ ਨੇ। ਇੱਥੇ ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਉਹ ਜਿਹੜਾ ਉੱਤਰ ਪ੍ਰਦੇਸ਼ ਦੇ ਸਰਕਟ ਤੋਂ ਪਾਕਿਸਤਾਨ ਤੋਂ ਮੰਗਾਇਆ ਗਿਆ AK-47 ਵੈਪਨ ਸੀ ਉਹ ਵੀ ਇਹਨਾਂ ਨੂੰ ਹੈਂਡਓਵਰ ਕੀਤਾ ਜਾਂਦਾ ਹੈ, ਜੋ ਕਿ ਫਾਈਨਲੀ ਇਹਨਾਂ ਵੱਲੋਂ ਉਹਨਾਂ ਅਲੱਗ-ਅਲੱਗ ਜਿਹੜੇ ਮੋਡਿਊਲਸ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਦੇ ਵਿੱਚ ਸ਼ਾਮਲ ਹੋਣਾ ਸੀ ਉਹਨਾਂ ਨੂੰ ਹੈਂਡਓਵਰ ਕੀਤਾ ਜਾਂਦਾ ਹੈ। ਹੁਣ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਤੀਸਰਾ ਸਾਇਲੈਂਟ ਮੋਡਿਊਲ ਜਿਸ ਦਾ ਬਾਅਦ ਦੇ ਵਿੱਚ ਖੁਲਾਸਾ ਵੀ ਹੋਇਆ, ਜ਼ਿਕਰ ਵੀ ਹੋਇਆ, ਉਹ ਲਾਸਟ ਮਿੰਟ ਤੇ ਬੈਕਆਊਟ ਕਰ ਗਿਆ। ਮਨਦੀਪ ਤੂਫਾਨ ਤੇ ਮਨੀ ਰਈਆ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਤਿਆਰ ਨਹੀਂ ਸਨ, ਇਸੇ ਕਰਕੇ ਉਹ ਵਾਪਸ ਆ ਗਏ। ਸੋ ਦਰਮਨ ਕਾਲੋਂ ਇਸ ਪੂਰੇ ਦੇ ਪੂਰੇ ਜਿਹੜਾ ਨੈਟਵਰਕ ਸੀ ਉਸ ਦਾ ਇੱਕ ਮੇਨ ਪੁਆਇੰਟ ਸੀ ਜਿਸਨੇ ਕਿ ਅਮਰੀਕਾ ਦੇ ਵਿੱਚੋਂ ਬੈਠ ਕੇ ਹੀ ਹਥਿਆਰਾਂ ਦੀ ਇਹ ਜਿਹੜੀ ਪੂਰੀ ਦੀ ਪੂਰੀ ਸਪਲਾਈ ਲਾਈਨ ਸੀ ਉਸ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ, ਇਸੇ ਕਰਕੇ ਉਸ ਨੂੰ ਨਾਮਜ਼ਦ ਕੀਤਾ ਗਿਆ। ਲੇਕਿਨ ਆਪਾਂ ਸਮਝਣ ਦੀ ਕੋਸ਼ਿਸ਼ ਇਹ ਕਰਦੇ ਹਾਂ ਕਿ ਦਰਮਨ ਕਾਲੋਂ ਆਖਰ ਹੈ ਕੌਣ। ਨਜਾਇਜ਼ ਹਥਿਆਰਾਂ ਦੇ ਸਪਲਾਇਰ ਦੇ ਰੂਪ ਵਿੱਚ ਦਰਮਨ ਕਾਲੋਂ ਦੀ ਇੱਕ ਬੈਕਗਰਾਉਂਡ ਹੈ, ਉਹਦੀ ਇੱਕ ਹਿਸਟਰੀ ਸ਼ੀਟ ਹੈ ਜੋ ਕਿ ਕਈ ਸਾਲ ਸਾਨੂੰ ਵਾਪਸ ਲੈ ਕੇ ਜਾਂਦੀ ਹੈ। ਹਾਲਾਂਕਿ 2017 ਦੇ ਵਿੱਚ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਸ਼ਖਸ ਦੁਬਈ ਨਿਕਲ ਜਾਂਦਾ ਹੈ। 2017 ਤੋਂ 2020 ਦੇ ਅਰਸੇ ਦੌਰਾਨ ਇਹ ਦੁਬਈ ਰਿਹਾ, ਜਿੱਥੇ ਜਗਜੀਤ ਸਿੰਘ ਜੱਗਾ ਨਾਂ ਦੇ ਇੱਕ ਵਿਅਕਤੀ ਦੇ ਨਾਲ ਇਸ ਦੀ ਮੁਲਾਕਾਤ ਹੁੰਦੀ ਹੈ ਤੇ ਦੱਸਿਆ ਜਾਂਦਾ ਉਹ ਵੀ ਇਸ ਦੇ ਨਾਲ ਕਾਫੀ ਸਮਾਂ ਰਿਹਾ। ਲੇਕਿਨ ਉਸ ਤੋਂ ਪਹਿਲਾਂ ਦੇ ਵੀ ਕੁਝ ਸਾਲਾਂ ਤੋਂ ਇਸ ਦਾ ਜਿਹੜਾ ਇੰਟਰਸਟ ਸੀ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰਾਂ ਦੀ ਸਮਗਲਿੰਗ ਦੇ ਵਿੱਚ ਸੀ। ਹੁਣ ਆਪਾਂ ਸਮਝ ਸਕਦੇ ਹਾਂ ਕਿ ਜਿਹੜੇ ਜ਼ਿਗਾਨਾ ਤੇ ਬੈਰੇਟਾ ਵਰਗੇ ਪਿਸਟਲ, ਈਵਨ 9mm ਦਾ .30 ਸਟਾਰ ਮਾਰਕਾ ਜਿਹੜੇ ਪਿਸਟਲ ਹੈਗੇ ਨੇ ਜੋ ਕਿ ਅਕਸਰ ਕ੍ਰਿਮੀਨਲਸ ਵਰਤਦੇ ਹੈਗੇ ਨੇ, ਇਹਨਾਂ ਦੀ ਜਿਹੜੀ ਸਮਗਲਿੰਗ ਦੀ ਮਾਰਕੀਟ ਦੇ ਵਿੱਚ ਕੀਮਤਾਂ ਕੁਝ ਹਜ਼ਾਰਾਂ ਦੇ ਵਿੱਚ ਹੁੰਦੀ ਹੈ, ਯਾਨੀ ਕਿ 40, 50, 70, 80 ਹਜ਼ਾਰ। ਇਸ ਤਰੀਕੇ ਦੇ ਨਾਲ ਇਹ ਮਹਿੰਗੇ ਇੰਟਰਨੈਸ਼ਨਲ ਟਰਕੀ ਮੇਡ, ਇਟਲੀ ਮੇਡ ਵੈਪਨ ਜਿਹੜੀ ਕਹਿੰਦੇ ਬਲੈਕ ਮਾਰਕੀਟ ਦੇ ਵਿੱਚ ਉਸ ਲੈਵਲ ਦੇ ਉੱਤੇ ਅਵੇਲੇਬਲ ਹੁੰਦੇ ਨੇ। ਲੇਕਿਨ ਫਾਈਨਲੀ ਜਦੋਂ ਇਹ ਵੇਚੇ ਜਾਂਦੇ ਨੇ, ਕ੍ਰਿਮੀਨਲ ਗੈਂਗਸ ਨੂੰ ਦਿੱਤੇ ਜਾਂਦੇ ਨੇ, ਉਸ ਵਕਤ ਇਹਨਾਂ ਦੀ ਕੀਮਤ 5-5, 7-7 ਲੱਖ ਤੱਕ ਵੀ ਪਹੁੰਚ ਚੁੱਕੀ ਹੁੰਦੀ ਹੈ। ਸੋ ਇੱਕ ਅਜਿਹਾ ਮੁਨਾਫੇ ਦਾ ਬਿਜ਼ਨਸ ਹੈ ਜੋ ਕਿ ਕ੍ਰਿਮੀਨਲ ਤੇ ਗੈਂਗਸਟਰ ਪੰਜਾਬ ਦੇ ਡਿੰਪੀ ਚੰਦਪਾਣ ਦੇ ਸਮਿਆਂ ਤੋਂ ਇਹ ਪੂਰਾ ਦਾ ਪੂਰਾ ਸਿਸਟਮ ਚੱਲਦਾ ਆ ਰਿਹਾ ਹੈ। ਆਪਾਂ ਪਹਿਲਾਂ ਵੀ ਅਜਿਹੇ ਕਈ ਜਿਹੜੇ ਆਰਮਸ ਦੇ ਸਮਗਲਰ ਹੈਗੇ ਨੇ ਉਹਨਾਂ ਦੇ ਉੱਤੇ ਵੀਡੀਓਜ਼ ਬਣਾਏ ਨੇ, ਲੇਕਿਨ ਇਹ ਮੰਨਿਆ ਜਾਂਦਾ ਕਿ ਦਰਮਨ ਕਾਲੋਂ ਆਰਮਸ ਸਪਲਾਈ ਦਾ ਤੇ ਆਰਮਸ ਦੀ ਸਮਗਲਿੰਗ ਦਾ ਇੱਕ ਥੰਮ ਜਿਹੜਾ ਹੈ ਮਾਝੇ ਦੇ ਇਲਾਕੇ ਦੇ ਵਿੱਚ ਸੀ ਤੇ ਇਸ ਨੇ ਇੱਕ ਚੰਗੀ ਖਾਸੀ ਜਿਹੜੀ ਸਪਲਾਈ ਲਾਈਨ ਨੂੰ ਸ਼ੁਰੂ ਕਰ ਰੱਖਿਆ ਸੀ। ਸੋ ਦੁਬਈ ਦੇ ਵਿੱਚ ਇਹ 3 ਸਾਲ ਰਹਿੰਦਾ, ਤਕਰੀਬਨ 3 ਸਾਲ ਰਹਿਣ ਤੋਂ ਬਾਅਦ 2020 ਦੇ ਵਿੱਚ ਦੱਸਿਆ ਜਾਂਦਾ ਕਿ ਕਿਸੇ ਤਰੀਕੇ ਦੇ ਨਾਲ ਇਹ ਅਮਰੀਕਾ ਪਹੁੰਚਣ ਦੇ ਵਿੱਚ ਕਾਮਯਾਬ ਹੋਇਆ। ਇਹ ਨਜਾਇਜ਼ ਤਰੀਕੇ ਦੀ ਐਂਟਰੀ ਹੋਏਗੀ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਅਨਮੋਲ ਬਿਸ਼ਨੋਈ ਜਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਬਹੁਤ ਅਜਿਹੇ ਕ੍ਰਿਮੀਨਲ ਪਹੁੰਚ ਰਹੇ ਹੈਗੇ ਨੇ, ਡੌਂਕੀਆਂ ਮਰਵਾਉਂਦੇ ਨੇ ਮੈਕਸੀਕੋ ਦੇ ਜ਼ਰੀਏ, ਜਿਵੇਂ ਦੀਪਕ ਬਾਕਸਰ ਕੋਸ਼ਿਸ਼ ਕਰ ਰਿਹਾ ਸੀ ਅਮਰੀਕਾ ਪਾਰ ਕਰਨ ਦੀ, ਉਵੇਂ ਦਰਮਨ ਕਾਲੋਂ ਅਮਰੀਕਾ ਨਿਕਲਣ ਦੇ ਵਿੱਚ ਕਾਮਯਾਬ ਰਿਹਾ। ਤੇ ਜੱਗੂ ਭਗਵਾਨਪੁਰੀ ਦਾ ਇੰਟਰਨੈਸ਼ਨਲ ਸਰਕਟ, ਕੌਮਾਂਤਰੀ ਸਰਕਟ ਉੱਤੇ ਕੰਮ ਤੋਰੀ ਰੱਖਣ ਵਾਲੇ ਜਿਹੜੇ ਲੋਕ ਸਨ ਉਹਨਾਂ ਕੜੀਆਂ ਦੇ ਵਿੱਚੋਂ ਦਰਮਨ ਕਾਲੋਂ ਦਾ ਵੀ ਜ਼ਿਕਰ ਆਉਂਦਾ ਹੈ। ਸੋ ਦੁਬਈ ਦੇ ਵਿੱਚ ਜਗਜੀਤ ਜੱਗੇ ਦੇ ਨਾਲ ਇਸ ਦੀ ਮੁਲਾਕਾਤ ਹੁੰਦੀ ਹੈ। ਜੂਨ 2021 ਦੇ ਵਿੱਚ ਪਹਿਲਾ ਜਿਹਾ ਵੱਡਾ ਮਾਮਲਾ ਸਾਹਮਣੇ ਆਇਆ ਜੋ ਕਿ ਮੈਨੂੰ ਲੱਗਦਾ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈਆਂ ਰਹੀਆਂ ਨੇ ਉਹਨਾਂ ਦੇ ਵਿੱਚ ਉਸ ਸਭ ਤੋਂ ਵੱਡੀ ਕਾਰਵਾਈ ਦੇ ਰੂਪ ਵਿੱਚ ਅੱਜ ਤੱਕ ਉਸ ਦਾ ਰਿਕਾਰਡ ਦਰਜ ਹੈ, ਜਿਸ ਦੌਰਾਨ ਤਕਰੀਬਨ 49 ਜਿਹੜੇ ਹਾਈ ਕੈਲੀਬਰ ਪਿਸਟਲ ਸੀ, ਜਿਸ ਵਿੱਚੋਂ 19 ਜ਼ਿਗਾਨਾ ਪਿਸਟਲ ਸੀ, ਇੱਕ ਬਰੇਟਾ ਪਿਸਟਲ ਸੀ, ਇਹਨਾਂ ਨੂੰ ਪੰਜਾਬ ਪੁਲਿਸ ਨੇ ਇੱਕ ਆਪਰੇਸ਼ਨ ਦੇ ਵਿੱਚ ਸੀਜ਼ ਕੀਤਾ। ਇਹੀ ਜਗਜੀਤ ਜੱਗਾ ਜੋ ਕਿ ਦੁਬਈ ਦੇ ਵਿੱਚ ਦਰਮਨ ਕਾਲੋਂ ਦੇ ਨਾਲ ਰਿਹਾ ਸੀ, ਇਹ ਪੰਜਾਬ ਆ ਕੇ ਦਰਮਨ ਕਾਲੋਂ ਵੱਲੋਂ ਭੇਜਿਆ ਗਿਆ। ਹਰਵਿੰਦਰ ਰਿੰਦੇ ਅਤੇ ਜੱਗੂ ਭਗਵਾਨਪੁਰੀਆ ਦੇ ਜ਼ਰੀਏ ਇੱਕ ਹਥਿਆਰਾਂ ਦਾ ਜ਼ਖੀਰਾ ਆਇਆ ਸੀ ਜਿਸ ਵਿੱਚ ਇਹ 49 ਪਿਸਟਲ ਸ਼ਾਮਲ ਸਨ। ਤਕਰੀਬਨ ਦੱਸਿਆ ਜਾਂਦਾ ਕਿ 27.30 ਬੋਰ ਦੇ ਸਟਾਰ ਮਾਰਕਾ ਤੇ ਹੋਰ ਪਿਸਟਲ ਸਨ, ਇੱਕ ਇਟਾਲੀਅਨ ਮੇਡ ਬਰੇਟਾ ਸੀਗਾ ਤੇ 19 ਜਿਹੜੇ ਟਰਕੀ ਮੇਡ ਜ਼ਿਗਾਨਾ ਪਿਸਟਲ ਸੀ। ਸੋ ਇਹ ਬਹੁਤ ਹੀ ਵੱਡੀ ਖੇਪ ਰਿਸੀਵ ਕਰਨ ਲਈ ਜਗਜੀਤ ਜੱਗਾ ਗਿਆ ਔਨ ਬਿਹਾਫ ਆਫ ਦਰਮਨ ਕਾਲੋਂ, ਤੇ ਉੱਥੇ ਪਹਿਲਾਂ ਹੀ ਖੁਫੀਆ ਇਨਪੁਟ ਜਾਂ ਜਿਹੜੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਉਸ ਤਹਿਤ ਜਾਣਕਾਰੀ ਪੁਲਿਸ ਕੋਲ ਸੀ ਤੇ ਨਾਲ ਦੇ ਨਾਲ ਹੀ ਇਸ ਜਗਜੀਤ ਜੱਗੇ ਨੂੰ ਦਬੋਚ ਲਿਆ ਗਿਆ। ਇੱਕ ਬਹੁਤ ਵੱਡੀ ਰਿਕਵਰੀ ਸੀ।
ਤੇ ਇਹ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਇਸ ਦੇ ਵਿੱਚ ਇਹ ਸਾਰੀਆਂ ਉਹੀ ਪਿਸਤੌਲਾਂ ਹੈਗੀਆਂ ਨੇ ਜੋ ਕਿ ਪੰਜਾਬ ਪੁਲਿਸ ਨੇ ਆਪਣੇ ਸਪੈਸ਼ਲ ਆਪਰੇਸ਼ਨ ਦੇ ਵਿੱਚ ਦਰਮਨ ਕਾਲੋਂ ਤੋਂ ਜ਼ਬਤ ਕੀਤੀਆਂ, ਯਾਨੀ ਕਿ ਉਸ ਦੇ ਸੈੱਲ ਤੋਂ, ਮੋਡਿਊਲ ਤੋਂ ਜ਼ਬਤ ਕੀਤੀਆਂ। ਉਸ ਵਕਤ ਤੱਕ ਦਰਮਨ ਕਾਲੋਂ ਅਮਰੀਕਾ ਪਹੁੰਚ ਚੁੱਕਾ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਇਹਨਾਂ ਸੋਫਿਸਟੀਕੇਟਿਡ ਵੈਪਨਸ ਨੂੰ ਹਰਵਿੰਦਰ ਰਿੰਦੇ ਦੇ ਜ਼ਰੀਏ ਅੱਗੇ ਸਪਲਾਈ ਕੀਤਾ ਜਾਣਾ ਸੀ, ਲੇਕਿਨ ਇਹ ਸਿੰਪਲ ਇੱਕ ਸਪਲਾਈ ਦਾ ਖੇਡ ਨਹੀਂ ਸੀ, ਕਿਉਂਕਿ ਇਸ ਦੇ ਵਿੱਚ ਲੱਖਾਂ ਰੁਪਏ ਦੀ ਜਿਹੜੀ ਪੇਮੈਂਟ ਹੈ ਦਰਮਨ ਕਾਲੋਂ ਅਤੇ ਜੱਗੂ ਭਗਵਾਨਪੁਰੀਏ ਵੱਲੋਂ ਕੀਤੀ ਜਾ ਚੁੱਕੀ ਸੀ। ਹੁਣ ਐਡੇ ਵੱਡੇ ਲੈਵਲ ਦੇ ਉੱਤੇ ਇਹ ਜਿਹੜਾ ਆਪਰੇਸ਼ਨ ਹੋਇਆ, ਇੰਟੈਲੀਜੈਂਸ ਇਨਪੁਟ ਐਡੀ ਕਲੀਅਰ ਕੱਟ ਇਨਫੋਰਮੇਸ਼ਨ ਪੁਲਿਸ ਕੋਲ ਸੀ। ਇਹ ਮੰਨਿਆ ਜਾਂਦਾ ਹੈ ਕਿ ਮੁਖਬਰੀ ਇਹਨਾਂ ਦੇ ਆਪਣੇ ਹੀ ਕਿਸੇ ਗੈਂਗ ਮੈਂਬਰ ਵੱਲੋਂ ਪੁਲਿਸ ਨੂੰ ਕਰਤੀ ਗਈ ਸੀ, ਜਿਸ ਤੋਂ ਬਾਅਦ ਕਿ ਐਡੇ ਵੱਡੇ ਲੈਵਲ ਦੇ ਉੱਤੇ ਰਿਕਵਰੀ, ਜੋ ਕਿ ਸ਼ਾਇਦ ਪੰਜਾਬ ਪੁਲਿਸ ਦੇ ਇਤਿਹਾਸ ਦੇ ਵਿੱਚ ਅੱਗੇ ਜਾਂ ਪਿੱਛੇ ਨਹੀਂ ਹੋਈ, ਇਹ ਰਿਕਵਰੀ ਉਸ ਵਕਤ ਹੋਈ। ਹਥਿਆਰਾਂ ਦੀ ਇਸ ਬਹੁਤ ਹੀ ਵੱਡੀ ਖੇਪ ਦੀ ਬਰਾਮਦਗੀ ਤੋਂ ਬਾਅਦ ਅਗਲਾ ਕੇਸ 2 ਜਾਂ 3 ਮਹੀਨੇ ਬਾਅਦ ਹੀ ਸਾਹਮਣੇ ਆਉਂਦਾ, ਜਿਸ ਵਿੱਚ ਫਿਰ ਦਰਮਨ ਕਾਲੋਂ ਦੀ ਭੂਮਿਕਾ। ਅਮਰੀਕਾ ਤੋਂ ਬੈਠ ਕੇ ਉਸ ਵੱਲੋਂ ਹੁਸ਼ਿਆਰਪੁਰ ਦੇ ਇੱਕ ਆੜ੍ਹਤੀਏ ਦੇ ਬੇਟੇ ਨੂੰ ਕਿਡਨੈਪ ਕਰਵਾਇਆ ਜਾਂਦਾ ਹੈ। ਸਬਜ਼ੀ ਮੰਡੀ ਜਿਹੜੀ ਹੁੰਦੀ ਹੈ ਹੁਸ਼ਿਆਰਪੁਰ, ਇੱਥੋਂ 2 ਕਰੋੜ ਰੁਪਏ ਦੀ ਫਿਰੌਤੀ ਲੈਣ ਦੀ ਖਾਤਰ ਇੱਕ ਆੜ੍ਹਤੀਏ ਦੇ ਬੇਟੇ ਨੂੰ ਕਿਡਨੈਪ ਕੀਤਾ ਜਾਂਦਾ ਹੈ, ਲੇਕਿਨ 24 ਘੰਟਿਆਂ ਦੇ ਦੌਰਾਨ ਹੀ ਇਹ ਕਿਡਨੈਪਿੰਗ ਦਾ ਕੇਸ ਕ੍ਰੈਕ ਹੋ ਜਾਂਦਾ ਹੈ ਤੇ ਇਸ ਆੜ੍ਹਤੀਏ ਦੇ ਬੇਟੇ ਨੂੰ ਪੁਲਿਸ ਵੱਲੋਂ ਰਿਕਵਰ ਕਰ ਲਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਦਰਮਨ ਕਾਲੋਂ ਅਤੇ ਸਤਿੰਦਰਪਾਲ ਸਿੰਘ ਟੱਗੜ ਨਾਂ ਦਾ ਇੱਕ ਹੋਰ ਜਿਹੜਾ ਕ੍ਰਿਮੀਨਲ ਹੁੰਦਾ, ਜੋ ਕਿ ਵਿਦੇਸ਼ ਤੋਂ ਹੀ ਸੰਚਾਲਿਤ ਕਰ ਰਿਹਾ ਹੁੰਦਾ ਹੈ, ਉਹਨਾਂ ਵੱਲੋਂ ਇਹ 2 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਣੀ ਹੁੰਦੀ ਹੈ। ਇਸੇ ਰੈਂਸਮ ਦੀ ਖਾਤਰ ਇਹਨਾਂ ਨੇ ਕਾਰਵਾਈ ਕਰਾਈ ਹੁੰਦੀ ਹੈ। ਅੰਮ੍ਰਿਤਸਰ ਤੋਂ ਇੱਕ ਗੱਡੀ ਆਉਂਦੀ ਹੈ ਜਿਸ ਵਿੱਚ ਕਿ ਇਹ ਕਿਡਨੈਪਿੰਗ i20 ਕਾਰ ਹੁੰਦੀ ਹੈ, ਜਿਸ ਵਿੱਚ ਕਿ ਕਿਡਨੈਪਿੰਗ ਨੂੰ ਅੰਜਾਮ ਦਿੱਤਾ ਗਿਆ ਹੁੰਦਾ, ਲੇਕਿਨ ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਕੇਸ ਨੂੰ 24 ਘੰਟਿਆਂ ਦੇ ਵਿੱਚ ਹੀ ਕ੍ਰੈਕ ਕਰ ਲਿਆ ਜਾਂਦਾ ਹੈ। ਇਹ ਦੂਸਰਾ ਵੱਡਾ ਮਾਮਲਾ ਹੁੰਦਾ ਜੋ ਕਿ ਦਰਮਨ ਕਾਲੋਂ ਦੇ ਖਿਲਾਫ ਰਜਿਸਟਰ ਕੀਤਾ ਜਾਂਦਾ ਹੈ। 2023 ਮਈ ਦੇ ਮਹੀਨੇ ਦੇ ਵਿੱਚ ਵੀ ਦਰਮਨ ਕਾਲੋਂ ਅਤੇ ਪਵਿੱਤਰ ਗੈਂਗ ਦੇ ਕੁਝ ਹੋਰ ਅਜਿਹੇ ਲੋਕ, ਜੋ ਕਿ ਇਸ ਵਾਰ ਦੱਸਿਆ ਜਾਂਦਾ ਕਿ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਕੁਝ ਅਜਿਹੇ ਵੈਪਨਸ ਲੈ ਕੇ ਆ ਰਹੇ ਸਨ। ਤਕਰੀਬਨ 8 ਜਾਂ 9 ਸਟਾਰ ਮਾਰਕ ਦੇ .30 ਬੋਰ ਦੇ ਜਿਹੜੇ ਵੈਪਨ ਸੀ, ਇਹਨਾਂ ਤੋਂ ਖੰਨਾ ਪੁਲਿਸ ਨੇ ਰਿਕਵਰ ਕੀਤੇ। ਉਹ ਜਿਹੜੀ ਗ੍ਰਿਫਤਾਰੀ ਹੁੰਦੀ ਹੈ, ਜੋ ਕਿ ਬੀਜਾ ਚੌਂਕ ਦੇ ਉੱਤੇ ਮੰਡਿਆਲਾ ਕਲਾਂ ਪਿੰਡ ਦੱਸਿਆ ਜਾਂਦਾ ਹੈ, ਉੱਥੇ ਇਹ ਰਿਕਵਰੀ ਹੋਈ। ਇਸ ਦੇ ਵਿੱਚ ਵੀ ਕਈ ਲੋਕਾਂ ਨੂੰ, ਤਕਰੀਬਨ 3 ਜਾਂ 4 ਲੋਕ ਗ੍ਰਿਫਤਾਰ ਕੀਤੇ ਗਏ। ਦੱਸਿਆ ਬਾਅਦ ਦੇ ਵਿੱਚ ਇਹੀ ਗਿਆ ਕਿ ਦਰਮਨ ਕਾਲੋਂ ਵੱਲੋਂ ਹੀ ਇਸ ਕੰਸਾਈਨਮੈਂਟ ਨੂੰ, ਹਥਿਆਰਾਂ ਦੀ ਇਸ ਕੰਸਾਈਨਮੈਂਟ ਨੂੰ ਹੀ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਸੀ। ਇੱਕ ਬਹੁਤ ਹੀ ਲੋ ਪ੍ਰੋਫਾਈਲ ਨੂੰ ਮੇਨਟੇਨ ਕਰਕੇ ਦਰਮਨ ਕਾਲੋਂ ਅਮਰੀਕਾ ਤੋਂ ਬੈਠ ਕੇ ਨਜਾਇਜ਼ ਹਥਿਆਰਾਂ ਦੀ ਸਮਗਲਿੰਗ ਦਾ ਆਪਣਾ ਪੂਰਾ ਸਰਕਿਟ ਆਪਰੇਟ ਕਰਦਾ ਰਿਹਾ, ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਜਾਂਚ ਏਜੰਸੀਆਂ ਦੀ ਨਜ਼ਰ ਇਸ ਉੱਤੇ ਨਹੀਂ ਹੈ। ਸੋ ਇਹਨਾਂ तमाम ਜਿਹੜੇ ਕੇਸਿਸ, ਕ੍ਰਿਮੀਨਲ ਅਪਰਾਧਿਕ ਮੁਕੱਦਮੇ ਦਰਜ ਕੀਤੇ ਗਏ, ਉਹਨਾਂ ਦੇ ਸੰਦਰਭ ਦੇ ਵਿੱਚ ਇਸ ਦੇ ਖਿਲਾਫ ਪਹਿਲਾਂ ਹੀ ਕਈ ਅਜਿਹੇ ਓਪਨ ਐਂਡਡ ਵਾਰੰਟ ਜਾਰੀ ਕੀਤੇ ਗਏ ਨੇ। ਬ੍ਰੋਕਨ ਐਰੋ ਜਿਹੜਾ ਆਪਰੇਸ਼ਨ, ਜਿਸ ਦਾ ਜ਼ਿਕਰ ਮੈਂ ਕੁਝ ਮਹੀਨੇ ਪਹਿਲਾਂ ਦੀ ਆਪਣੀ ਵੀਡੀਓ ਵਿੱਚ ਕੀਤਾ ਸੀ, ਬਹੁਤ ਅਜਿਹੇ ਕ੍ਰਿਮੀਨਲ ਜੋ ਕਿ ਕੈਲੀਫੋਰਨੀਆ, ਅਲੱਗ-ਅਲੱਗ ਉੱਥੇ ਦੀਆਂ ਜਿਹੜੀਆਂ ਕਾਉਂਟੀਜ਼ ਹੈਗੀ, ਉਹਨਾਂ ਲਈ ਹੁਣ ਇੱਕ ਸਿਰ ਦਾ ਦਰਦ, ਸਿਰ ਦੀ ਪੀੜ ਬਣ ਚੁੱਕੇ ਹੈਗੇ ਨੇ। ਹੁਣ ਏਜੰਸੀਆਂ ਨੇ ਆਪਸ ਦੇ ਵਿੱਚ ਤਾਲਮੇਲ ਕੀਤਾ ਹੈ, ਜਿਸ ਤੋਂ ਬਾਅਦ ਹੀ ਇਹ ਹੋਰ ਇਨਫੋਰਮੇਸ਼ਨ, ਖਾਸ ਕਰਕੇ ਸਿੱਧੂ ਮੂਸੇਵਾਲਾ ਦੇ ਜਿਹੜੇ 3rd ਜਿਹੜਾ ਸਾਇਲੈਂਟ ਮੋਡਿਊਲ ਸੀ, ਉਸ ਦੇ ਨਾਲ ਕਿਵੇਂ ਉਸ ਨੂੰ ਹਥਿਆਰ ਸਪਲਾਈ ਕਰਨ, ਜੋ ਕਿ ਫਾਈਨਲੀ ਸਿੱਧੂ ਮੂਸੇਵਾਲਾ ਦੇ ਹੱਤਿਆ ਦੇ ਵਿੱਚ ਵਰਤੇ ਗਏ ਹਥਿਆਰ ਸਨ, ਉਹਨਾਂ ਦੇ ਨਾਲ ਕਿਵੇਂ ਜਾਂਚ ਏਜੰਸੀਆਂ ਨੇ ਦਰਮਨ ਕਾਲੋਂ ਨੂੰ ਲਿੰਕ ਕੀਤਾ। ਇਹ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਅਮਰੀਕਨ ਅਥਾਰਟੀਜ਼ ਦੇ ਨਾਲ ਸ਼ੇਅਰ ਕੀਤੀਆਂ ਗਈਆਂ, ਜਿਸ ਤੋਂ ਬਾਅਦ ਫਾਈਨਲੀ ਹੁਣ ਦੱਸਿਆ ਜਾਂਦਾ ਕਿ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਡਿਟੇਨ ਕੀਤਾ ਗਿਆ ਹੈ। ਇਹ ਜਿਹੜੀ ਜਾਣਕਾਰੀ ਹੈ, ਇਹ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੋਰਸਿਸ ਵੱਲੋਂ ਹੀ ਦਿੱਤੀਆਂ ਗਈਆਂ ਨੇ ਮੀਡੀਆ ਨੂੰ। ਸੋ ਵੀ ਵਿਲ ਯੈਟ ਨੀਡ ਟੂ ਵੈਰੀਫਾਈ ਕਿ ਇਹ ਗ੍ਰਿਫਤਾਰੀ ਹੈ, ਜਿਹੜੀ ਡਿਟੈਂਸ਼ਨ ਹੈ, ਇਸ ਤੋਂ ਬਾਅਦ ਕੀ ਇਸ ਨੂੰ ਡਿਪੋਰਟ ਕਰਵਾਇਆ ਜਾ ਸਕੇਗਾ, ਕਿਉਂਕਿ ਇਸ ਕੇਸ ਦੇ ਵਿੱਚ ਡਿਪੋਰਟ ਜਾਂ ਫਿਰ ਐਕਸਟ੍ਰਾਡਾਈਟ ਕਿਹੜਾ ਪ੍ਰੋਸੀਜਰ ਫੋਲੋ ਕੀਤਾ ਜਾਏਗਾ, ਇਹ ਸਾਰੀ ਦੀ ਸਾਰੀ ਗੱਲਾਂ ਬਾਤਾਂ ਅਜੇ ਭਵਿੱਖ ਦੇ ਗਰਭ ਦੇ ਵਿੱਚ ਹੈਗੀਆਂ ਨੇ। ਸੋ ਵੀ ਵਿਲ ਗੈਟ ਟੂ ਨੋ ਕਿ ਦਰਮਨ ਕਾਲੋਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਾਰਤੀ ਜਾਂਚ ਏਜੰਸੀਆਂ ਉਸੇ ਕਾਮਯਾਬੀ ਦੇ ਨਾਲ ਵਾਪਸ ਭਾਰਤ ਦੇ ਵਿੱਚ ਲਿਆਉਣ ਵਿੱਚ ਕਾਮਯਾਬ ਹੁੰਦੀਆਂ ਨੇ, ਜਿਵੇਂ ਕਿ ਦੀਪਕ ਬੌਕਸਰ, ਵਿਕਰਮ ਬਰਾੜ ਅਤੇ ਸਚਿਨ ਬਿਸ਼ਨੋਈ ਦੇ ਕੇਸ ਦੇ ਵਿੱਚ ਹੋਈਆਂ ਨੇ। ਸੋ ਅੱਜ ਦੀ ਰਿਪੋਰਟ ਇੱਥੋਂ ਤੱਕ ਹੀ ਸੀ। ਅਗਲੀ ਰਿਪੋਰਟ, ਯਾਨੀ ਕਿ ਕੱਲ ਜਿਹੜੀ ਮੇਰੀ ਰਿਪੋਰਟ ਬਣੇਗੀ, ਉਹ ਹੋਏਗੀ ਮਨਪ੍ਰੀਤ ਪੀਤੇ ਬਾਰੇ। ਮਨਪ੍ਰੀਤ ਪੀਤੇ ਨੂੰ NIA ਭਾਰਤ ਲਿਆਉਣ ਵਿੱਚ ਕਾਮਯਾਬ ਹੋਈ ਹੈ। ਉਸ ਨੂੰ NIA ਵੱਲੋਂ ਗ੍ਰਿਫਤਾਰ ਕੀਤਾ ਗਿਆ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ, ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ, ਠੀਕ ਉਸੇ ਤਰੀਕੇ ਜਿਵੇਂ 2 ਮਹੀਨੇ ਪਹਿਲਾਂ ਉਸ ਦੇ 2 ਹੋਰ ਸਾਥੀ, ਜਿਨ੍ਹਾਂ ਨੂੰ ਕਿ ਫਿਲੀਪਾਈਨਸ ਤੋਂ ਲੈ ਕੇ ਆਇਆ ਗਿਆ ਸੀ। ਸੋ ਮਨਪ੍ਰੀਤ ਪੀਤਾ ਕਿਵੇਂ ਭਾਰਤ ਦੇ ਵਿੱਚ ਡਿਪੋਰਟ ਕੀਤਾ ਗਿਆ ਹੈ, ਉਸ ਨੂੰ ਕਿਵੇਂ NIA ਨੇ ਗ੍ਰਿਫਤਾਰ ਕੀਤਾ। ਮੁਕੱਦਮੇ ਉਸ ਦੇ ਖਿਲਾਫ ਫਿਲੀਪੀਨਸ ਦੇ ਵਿੱਚ ਚੱਲਦੇ ਪਏ ਸਨ, ਲੇਕਿਨ ਕੀ ਮਨਪ੍ਰੀਤ ਪੀਤੇ ਦੀ ਗ੍ਰਿਫਤਾਰੀ ਤੋਂ ਬਾਅਦ ਅਰਸ਼ਦੀਪ ਡਾਲੇ ਦਾ ਜਿਹੜਾ ਕ੍ਰਿਮੀਨਲਸ ਦਾ ਨੈਟਵਰਕ ਹੈ ਫਿਲੀਪਾਈਨਸ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ, ਕੀ ਉਹ ਕਮਜ਼ੋਰ ਹੋਇਆ ਹੈ? ਕੀ ਕਾਰਨ ਹੈਗੇ ਨੇ ਕਿ ਅਰਸ਼ਦੀਪ ਡਾਲਾ ਅਜੇ ਵੀ ਫਿਰੌਤੀ ਦੀਆਂ ਕਾਲਾਂ ਲਗਾਤਾਰ ਕਰਦਾ ਰਿਹਾ? ਇਹ ਸਾਰੀਆਂ ਗੱਲਾਂ ਬਾਤਾਂ ਮੈਂ ਆਪਣੀ ਅਗਲੀ ਰਿਪੋਰਟ ਦੇ ਵਿੱਚ ਚਰਚਾ ਦੇ ਵਿੱਚ ਲਿਆਵਾਂਗਾ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਬਹੁਤ ਹੀ ਛੇਤੀ ਮੇਰੀ ਅਗਲੀ ਰਿਪੋਰਟ ਆ ਰਹੀ ਹੈ।